ਸੋ ਆਓ ਭਲਿਓ ਆਪਣੇ ਰੱਬ ਦਾ ਸ਼ੁਕਰ ਕਰੀਏ। ਐਸਾ ਰੱਬ ਜਿਹੜਾ ਬੋਲਦਾ ਹੈ, ਗੱਲਾਂ ਕਰਦਾ ਹੈ ਤੇ ਸਾਨੂੰ ਉਸ ਦੀਆਂ ਗੱਲਾਂ ਨੂੰ ਸੁਣਨ ਦਾ ਮੌਕਾ ਮਿਲਦਾ ਹੈ। ਤੇ ਜੇਕਰ ਮੌਕਾ ਮਿਲਦਾ ਹੈ ਤੇ ਫਿਰ ਆਓ ਉਹਦੀਆਂ ਗੱਲਾਂ ਦੇ ਵਿੱਚੋਂ, ਖੁਦਾ ਦੇ ਕਲਾਮ ਦੇ ਵਿੱਚੋਂ ਸੁਣਨੇ ਸਿੱਖਨੇ ਆ। ਕਿਉਂਕਿ ਬਾਈਬਲ ਦੱਸਦੀ ਹੈ, ਬਾਈਬਲ ਇਸ ਗੱਲ ਨੂੰ ਬਿਆਨ ਕਰਦੀ ਹੈ ਕਿ ਦਿਲ ਦਾ ਕਾਇਮ ਹੋਣਾ। ਜਦੋਂ ਕੋਈ ਕਿਸੇ ਦਾ ਦਿਲ ਕਾਇਮ ਨਹੀਂ ਗਾ ਰਹਿੰਦਾ ਤੇ ਬੜੇ ਬੜੇ ਬਹਾਦਰ ਜਿਹੜੇ ਆ ਉਹ ਫਿਰ ਉਸ ਤਰ੍ਹਾਂ ਹੋ ਜਾਂਦੇ ਨੇ ਜਿਵੇਂ ਕੋਈ ਜ਼ੱਚਾ ਦੀ ਮੰਗਤ। ਯਰਮੀਆ ਨਬੀ ਦਾ ਸੀਫਾ 48 ਬਾਬ, ਯਰਮੀਆ ਨਬੀ ਦਾ ਸੀਫਾ 48 ਬਾਬ ਤੇ ਜਿਸ ਵੇਲੇ ਅਸੀਂ ਪੜਾਂਗੇ 49 ਆਇਤ ਨੂੰ ਤੇ ਲਿਖਿਆ ਮਿਲਦਾ ਏ, ਉਹ ਵਾਵੇਲਾ ਕਰਨਗੇ ਤੇ ਕਹਿਣਗੇ ਕਿ ਇਹ ਕਿਹੋ ਜਿਹੀ ਸ਼ਿਕਸਤ ਹੋਈ। ਮੁਆਬ ਨੇ ਸ਼ਰਮ ਦੇ ਮਾਰੇ ਆਪਣੀ ਕੰਡ ਕਰ ਲਈ। ਬਸ ਮੁਆਬ ਇਰਦ ਗਿਰਦ ਲੋਕਾਂ ਦੀ ਹੰਸੀ ਦਾ ਬਾਇਸ ਹੋ ਗਿਆ। ਮੁਆਬ ਐਸਾ ਬਾਦਸ਼ਾਹ ਜਿਹੜਾ ਬੜਾ ਤਾਕਤਵਰ ਹੈ ਤੇ ਫਿਰ ਐਸੀ ਕੌਮ ਦੇ ਕੋਲੋਂ ਸ਼ਿਕਸਤ ਖਾਧੀ ਏ ਜਿਹੜੀ ਖੁਦ ਲੁੱਟੀ ਪੁੱਟੀ ਹੈ। ਸੋ ਲਿਖਿਆ ਮਿਲਦਾ ਏ, ਕਿਉਂਕਿ ਖੁਦਾਵਾਂ ਦੀ ਗੱਲ ਕਰਦਾ ਚੱਲੀਏ ਚ ਲਿਖਿਆ ਏ ਕਿ ਉਹ ਅਕਾਬ ਦੀ ਮਾਨਤ ਉਡੇਗਾ ਤੇ ਮੁਆਬ ਦੇ ਖਿਲਾਫ ਬਾਜ਼ੂ ਫੈਲਾਏਗਾ। ਕੌਣ? ਖੁਦਾ ਖੁਦ। ਉੱਥੇ ਦੇ ਸ਼ਹਿਰ ਜਿਹੜੇ ਕਲੇ ਨਮਾ ਏ ਲਿਖਿਆ ਉਹ ਲੈ ਜਾਣਗੇ ਤੇ ਉਸ ਦਿਨ ਉਹਨਾਂ ਦੇ ਬਹਾਦਰਾਂ ਦੇ ਦਿਲ, ਉਸ ਦਿਨ ਉਹਨਾਂ ਦੇ ਬਹਾਦਰਾਂ ਦੇ ਦਿਲ ਜ਼ੱਚਾ ਦੀ ਤਰ੍ਹਾਂ ਹੋਣਗੇ। ਐਸੀ ਔਰਤ ਜਿਹਦੀ ਵਲਾਦਤ ਬੱਚਾ ਜਣਨ ਵਾਲੀ ਏ, ਇਸ ਤਰ੍ਹਾਂ ਦੀ ਹਾਲਤ ਬਹਾਦਰਾਂ ਦੀ ਹੋਵੇਗੀ। ਜ਼ੱਚਾ ਦੀ ਤਰ੍ਹਾਂ ਦਿਲ ਹੋਣਗੇ ਤੇ ਮੁਆਬ ਹਲਾਕ ਕੀਤਾ ਜਾਏਗਾ ਤੇ ਫਿਰ ਕੌਮ ਨਾ ਰਹੇਗਾ। ਇਸ ਲਈ ਕਿ ਉਸਨੇ ਖੁਦਾਵੰਦ ਦੇ ਮੁਕਾਬਲ ਆਪਣੇ ਆਪ ਨੂੰ ਬੁਲੰਦ ਕੀਤਾ। ਜਦੋਂ ਕੋਈ ਬੰਦਾ ਖੁਦਾਵੰਦ ਦੇ ਮੁਕਾਬਲ ਆਪਣੇ ਆਪ ਨੂੰ ਬੁਲੰਦ ਕਰਦਾ ਹੈ ਤੇ ਫਿਰ ਉਹਦੀ ਹਾਲਤ ਇਸੇ ਤਰ੍ਹਾਂ ਦੀ ਹੋ ਜਾਂਦੀ ਏ। ਤੇ ਆਓ ਕਦੀ ਵੀ ਆਪਣੇ ਆਪ ਨੂੰ ਖੁਦਾ ਦੇ ਮੁਕਾਬਲ ਨਾ ਠਹਿਰਾਈਏ। ਮੁਆਬ ਜ਼ੋਰਾਵਰ ਕਲੇ ਆ, ਕੌਮ ਬਣੀ ਇਸਰਾਈਲ ਮਿਸਰ ਦੀ ਗੁਲਾਮੀ ਚੋਂ ਨਿਕਲ ਕੇ ਆ ਰਹੀ ਹੈ, ਲੇਕਿਨ ਖੁਦਾ ਨਾਲ, ਖੁਦਾ ਨਾਲ, ਕਿਉਂਕਿ ਖੁਦਾ ਫਿਰ ਦਿਲਾਂ ਨੂੰ ਜ਼ੱਚੇ ਦੀ ਤਰ੍ਹਾਂ ਤੇ ਜਿਸ ਲਈ ਜ਼ੱਚੇ ਦੀ ਤਰ੍ਹਾਂ ਕਿਸੇ ਦਾ ਦਿਲ ਹੋ ਜਾਂਦਾ ਹੈ, ਇਹ ਗੱਲ ਸੁਣ ਕੇ ਪਰੇਸ਼ਾਨ ਹੋ ਜਾਣਾ, ਘਬਰਾ ਜਾਣਾ। ਕੋਈ ਕਿਸੇ ਕਿਸਮ ਦਾ ਲੜਾਈ ਦੰਗਾ ਫਸਾਦ ਹੋਵੇ ਤੇ ਐਸੀ ਔਰਤ ਅੱਗੇ ਨਹੀਂ ਹੁੰਦੀ ਛਡਾਉਣ ਵਾਸਤੇ ਜਿਹੜੀ ਹਾਮਲਾ ਹੋਵੇ, ਕਿਉਂਕਿ ਉਹਨੂੰ ਪਤਾ ਹੈ ਕਿ ਮੇਰੇ 'ਚੋਂ ਤਾਕਤ ਨਹੀਂ, ਮੈਨੂੰ ਕਿਸ ਦਾ ਧੱਕਾ ਵੱਜ ਗਿਆ, ਮੈਂ ਡਿੱਗ ਪੈਣਾ ਹੈ, ਮੈਂ ਖੁਦ ਵੀ ਖਤਰੇ 'ਚ, ਮੇਰਾ ਬੱਚਾ ਵੀ ਖਤਰੇ 'ਚ। ਤੇ ਇਸ ਤਰ੍ਹਾਂ ਲੋਕਾਂ ਦਾ ਹਾਲ ਹੁੰਦਾ ਹੈ। ਐਸੇ ਲੋਕ ਜਿਹੜੇ ਆਪਣੇ ਆਪ ਨੂੰ ਖੁਦਾ ਦੇ ਖਿਲਾਫ ਬੁਲੰਦ ਕਰਦੇ ਨੇ। ਖੁਦਾ ਦੀ ਕਲਾਮ ਦੇ ਵਿੱਚ ਯਸਾਇਆ ਨਬੀ ਦੀ ਗੱਲ ਖੁਦਾਵੰਦ ਯਿਸੂ ਮਸੀਹ ਨੇ ਸੁਣਾਈ ਤੇ ਉਹਨੇ ਆਖਿਆ, ਲੱਖ ਉਹ ਇਬਾਦਤ ਵੀ ਕਰਨ, ਪਰਸਤਿਸ਼ ਵੀ ਕਰਨ ਜਿਨ੍ਹਾਂ ਦਾ ਦਿਲ ਦੂਰ ਹੈ, ਉਹਨਾਂ ਦੀ ਪਰਸਤਿਸ਼ ਬੇਫਾਇਦਾ ਹੈ, ਕਿਉਂਕਿ ਉਹਨਾਂ ਦਾ ਦਿਲ ਦੂਰ ਹੈ।
ਸੋ ਦਿਲ ਨੂੰ ਖੁਦਾਵੰਦ ਦੇ ਲਾਗੇ ਕਰਨਾ, ਦਿਲ ਤੋਂ ਖੁਦਾਵੰਦ ਦੀ ਪ੍ਰਸਤਿਸ਼ ਕਰਨਾ। ਯਰਮੀਆ 16 ਬਾਬ ਉਹਦੀ 12 ਐਤ ਨੂੰ ਪੜ੍ਹੀਏ ਤੇ ਲਿਖਿਆ ਏ, ਹੁਣ ਉਹੋ ਹੀ ਕੌਮ ਜਿਹਨੇ ਮੁਆਬ ਦਾ ਮੁਲਕ ਲੈ ਲਿਆ, ਕਿਉਂਕਿ ਖੁਦਾ ਨਾਲ ਰਿਹਾ, ਹੁਣ ਖੁਦਾ ਨਾਲ ਨਹੀਂ। ਸੋ ਲਿਖਿਆ, ਤੁਸੀਂ ਆਪਣੇ ਬਾਪ ਦਾਦਾ ਤੋਂ ਵੱਧ ਕੇ ਫਿਰ ਬਦੀ ਕੀਤੀ ਤੇ ਤੁਸੀਂ ਹਰ ਇੱਕ ਨੇ ਆਪਣੇ ਬੁਰੇ ਦਿਲ ਦੀ ਸਖਤੀ ਦੀ ਪੈਰੋ ਕੀਤੀ। ਦਿਲ ਬੁਰਾ ਹੋ ਗਿਆ ਤੇ ਬੁਰੇ ਦਿਲ ਦੀ ਸਖਤੀ ਦੀ ਪੈਰੋ ਕੀਤੀ ਤੇ ਮੇਰੀ ਨਾ ਸੁਣੀ। ਤੇ ਫਿਰ ਕਹਿੰਦਾ, ਇਹੋ ਹੀ ਮੁਲਕ ਜਿਹੜਾ ਮੈਂ ਤੁਹਾਨੂੰ ਦਿੱਤਾ ਹੈ, ਇਹਦੇ ਵਿੱਚ ਤੁਹਾਨੂੰ ਅਵਾਰਾ ਕਰ ਦਿਆਂਗਾ, ਤੁਹਾਨੂੰ ਆਪਣੇ ਤੋਂ ਖਾਰਜ ਕਰ ਦਿਆਂਗਾ, ਤੁਹਾਨੂੰ ਅਵਾਰਾ ਕਰ ਦਿਆਂਗਾ, ਕਿਉਂਕਿ ਤੁਸੀਂ ਦਿਲ ਨੂੰ ਬੁਰਾ ਕਰ ਲਿਆ। ਖੁਦਾ ਦੇ ਕਲਾਮ ਦੇ ਵਿੱਚ ਲਿਖਿਆ ਮਿਲਦਾ ਹੈ, ਐਸਾ ਖੁਦਾ ਜਿਹੜਾ ਬੜਾ ਹੀ ਫਤੂਆਤ ਕਰਾ ਕੇ ਆਇਆ ਤੇ ਫਿਰ ਇੱਕ ਜਗ੍ਹਾ ਉਹਨਾਂ ਨੂੰ ਵਸਾਇਆ ਹੈ। ਤੇ ਲਿਖਿਆ ਹੈ, ਇਸਰਾਈਲੀ ਸ਼ਾਤੀਮ ਦੇ ਵਿੱਚ ਰਹਿੰਦੇ ਸੀ, ਇਸਰਾਈਲੀ ਸ਼ਾਤੀਮ ਦੇ ਵਿੱਚ ਰਹਿੰਦੇ ਸੀ ਤੇ ਉੱਥੇ ਇਹਨਾਂ ਨੇ ਮੁਆਬੀ ਔਰਤਾਂ ਦੇ ਨਾਲ, ਜਿਨ੍ਹਾਂ ਤੋਂ ਖੁਦਾ ਨੇ ਮਨਾ ਕੀਤਾ ਹੈ, ਉਹਨਾਂ ਨਾਲ ਹੀ ਬਦਫੈਲੀ ਸ਼ੁਰੂ ਕਰ ਦਿੱਤੀ। ਜਿਸ ਵੇਲੇ ਬਦਫੈਲੀ ਸ਼ੁਰੂ ਕਰ ਦਿੱਤੀ, ਖੁਦਾ ਨੂੰ ਉਹਨਾਂ ਦੀ ਇਹ ਗੱਲ ਚੰਗੀ ਨਹੀਂ ਲੱਗੀ। ਤੇ ਜਿਸ ਵੇਲੇ ਖੁਦਾ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਤੇ ਫਿਰ ਲਿਖਿਆ ਏ, ਖੁਦਾ ਨੇ ਇੱਕ ਦਿਨ ਵਿੱਚ 24,000 ਲੋਕ ਮਰਵਾ ਦਿੱਤੇ। 24,000 ਲੋਕ ਇੱਕ ਦਿਨ ਦੇ ਵਿੱਚ। ਆਪਣੇ ਦਿਲ ਨੂੰ ਬੁਰਾ ਨਾ ਕਰੀਏ, ਖੁਦਾਵੰਦ ਦੇ ਖਿਲਾਫ ਆਪਣੇ ਆਪ ਨੂੰ ਵੱਡਾ ਨਾ ਕਰੀਏ। ਖੁਦਾ ਦੀ ਕਲਾਮ ਦੇ ਵਿੱਚ ਜਿਸ ਵੇਲੇ ਅਸੀਂ ਪੜ੍ਹਦੇ ਹਾਂ, ਪੂਰਾ ਦਿਲ ਖੁਦਾ ਨੂੰ ਨਹੀਂ ਨਾ ਦਿੰਦੇ। ਪੂਰਾ ਦਿਲ, ਖੁਦਾ ਦਿਲ ਪੂਰਾ ਮੰਗਦਾ ਹੈ, ਕਿਉਂਕਿ ਜ਼ਬੂਰ 119 ਉਸ ਦੀ ਜਿਸ ਵੇਲੇ ਅਸੀਂ 29 ਐਤ ਨੂੰ ਪੜ੍ਹਦੇ ਹਾਂ ਤੇ ਲਿਖਿਆ ਮਿਲਦਾ ਹੈ, 29 ਨਹੀਂ 69, 69 69 ਐਤ ਨੂੰ ਪੜ੍ਹਦੇ, ਜ਼ਬੂਰ 119 ਉਹਦੀ 69 ਐਤ ਨੂੰ, ਮਗਰੂਰਾਂ ਨੇ ਮੇਰੇ ਉੱਤੇ ਬਤਾਨ ਬੰਨਿਆ, ਮਗਰੂਰਾਂ ਨੇ ਮੇਰੇ ਉੱਤੇ ਬਤਾਨ ਬੰਨਿਆ ਤੇ ਮੈਂ ਪੂਰੇ ਦਿਲ ਦੇ ਨਾਲ ਤੇਰਾ ਕਵਾਨੀਨ ਮੰਨਾਂਗਾ। ਖੁਦਾ ਦਾ ਬੰਦਾ ਦਾਊਦ ਕਹਿੰਦਾ ਹੈ, ਮੈਂ ਪੂਰੇ ਦਿਲ ਦੇ ਨਾਲ ਤੇਰੇ ਕਵਾਨੀਨ ਨੂੰ ਮੰਨਾਂਗਾ, ਇਹਨਾਂ ਦੇ ਦਿਲ ਚਿਕਨਾਈ ਨਾ ਫਰਮਾਰੇ, ਪਰ ਮੈਂ ਤੇਰੀ ਸ਼ਰੀਅਤ ਵਿੱਚ ਮਸਰੂਰ ਹਾਂ। ਇਹਨਾਂ ਦੇ ਦਿਲ ਚਿਕਨਾਈ 'ਚ, ਇਹ ਆਪਣੀ ਐਸ਼ੋ ਇਸ਼ਰਤ ਦੇ ਵਿੱਚ। ਰੋਮਾਂ ਦੀ ਕਲੀਸਿਆ ਨੂੰ ਅਗਾਹ ਕਰਦੇ ਆ, ਰਸੂਲ ਨੇ ਬਹੁਤ ਹੀ ਖੂਬਸੂਰਤ ਗੱਲ ਦੱਸੀ। ਰੋਮੀਓ 2 ਬਾਬ ਨੂੰ ਜਿਸ ਵੇਲੇ ਅਸੀਂ ਪੜ੍ਹਦੇ ਹਾਂ, ਹਾਲਾਂਕਿ ਲਿਖਿਆ ਹੈ, ਖੁਦਾ ਦੀ ਮਿਹਰਬਾਨੀ ਤੈਨੂੰ ਤੋਬਾ ਦੀ ਤਰਫ ਮਾਇਲ ਕਰਦੀ, ਤੋਬਾ ਦੀ ਤਰਫ ਮਾਇਲ। ਅਬਰਾਨੀਓ 2 ਬਾਬ ਉਹਦੀ 4 ਐਤ ਤੋਂ ਪੜ੍ਹੀਏ, ਜਾਂ ਤੂੰ ਉਹਦੀ ਮਿਹਰਬਾਨੀ ਤੇ ਤਹਮਲ ਤੇ ਸਬਰ ਦੀ ਦੌਲਤ ਨੂੰ ਨਚੀਜ਼ ਜਾਣਨਾ ਹੈ ਤੇ ਇਹ ਨਹੀਂ ਸਮਝਦਾ ਕਿ ਖੁਦਾ ਦੀ ਮਿਹਰਬਾਨੀ ਤੈਨੂੰ ਤੋਬਾ ਦੀ ਤਰਫ ਮਾਇਲ ਕਰਦੀ ਏ, ਤੋਬਾ ਦੀ ਤਰਫ ਮਾਇਲ ਕਰਦੀ ਕਿ ਤੂੰ ਤੋਬਾ ਕਰ ਜਾਵੇਂ, ਬਲਕਿ ਤੂੰ ਆਪਣੀ ਸਖਤੀ ਤੇ ਗੈਰ ਤਾਇਬ ਦਿਲ ਦੇ ਮੁਤਾਬਕ, ਤੇਰਾ ਦਿਲ ਨਹੀਂ ਤੇਰੇ ਤਾਬਿਆ, ਗੈਰ ਦਿਲ ਦੇ ਮੁਤਾਬਕ, ਗੈਰ ਸਖਤੀ ਤੇ ਗੈਰ ਤਾਇਬ ਦਿਲ ਦੇ ਮੁਤਾਬਕ ਉਸ ਕਹਿਰ ਦੇ ਦਿਲ ਲਈ
ਆਪਣੇ ਵਾਸਤੇ ਗਜ਼ਬ ਕਮਾ ਰਹੇ ਹਾਂ, ਉਸ ਕਹਿਰ ਦੇ ਦਿਲ ਲਈ ਖੁਦਾ ਪਿਆਰ 'ਚ ਨਹੀਂ ਆਏਗਾ ਬਲਕਿ ਕਹਿਰ 'ਚ ਆਏਗਾ, ਜਿਹਦੇ ਵਿੱਚ ਖੁਦਾ ਦੀ ਸੱਚੀ ਅਦਾਲਤ ਜ਼ਾਹਰ ਹੋਏਗੀ ਤੇ ਉਹ ਹਰ ਇੱਕ ਨੂੰ ਉਹਦੇ ਕੰਮ ਦੇ ਮੁਆਫਕ ਬਦਲਾ ਦੇਵੇਗਾ। ਇਸ ਕਰਕੇ ਆਪਣੇ ਦਿਲ ਨੂੰ ਕਾਇਮ ਕਰੀਏ ਬਈ। ਤੇ ਯਕੂਬ ਤੇ 5 ਬਾਬ ਤੇ 5 ਐ 'ਚ ਲਿਖਿਆ, ਕਹਿੰਦਾ ਤੁਸੀਂ ਜ਼ਮੀਨ ਉੱਤੇ ਐਸ਼ੋ ਇਸ਼ਰਤ ਕੀਤੀ, ਆਪਣੇ ਦਿਲ ਨੂੰ ਮੋਟਾ ਤਾਜ਼ਾ ਕੀਤਾ ਤਾਂ ਕਿ ਜ਼ਬਾ ਕੀਤਾ ਜਾਵੇ। ਸੋ ਦਿਲ ਜ਼ਬਾ ਕੀਤੇ ਜਾਣਗੇ, ਦਿਲ ਜ਼ਬਾ, ਦਿਲ ਜ਼ਬਾ, ਦਿਲ ਨੂੰ ਮੋਟਾ ਤਾਜ਼ਾ ਕੀਤਾ ਤਾਂ ਕਿ ਤੇਰਾ ਦਿਲ ਜ਼ਬਾ ਕੀਤਾ ਜਾਵੇ। ਮੇਰੇ ਨਾਲ ਵੇਖ ਸਕਦੇ ਹੋ ਯਕੂਬ 5 ਬਾਬ ਉਹਦੀ 5 ਐਤ, ਕਿਤੇ ਅਸੀਂ ਭੁੱਲੇ ਨਾ ਰਹਿ ਜਾਈਏ। ਤੁਸੀਂ ਜ਼ਮੀਨ ਉੱਤੇ ਐਸ਼ੋ ਇਸ਼ਰਤ ਕੀਤੀ ਤੇ ਮਜ਼ੇ ਡਾਏ ਤੇ ਆਪਣੇ ਦਿਲਾਂ ਨੂੰ ਜ਼ਬਾ ਹੋਣ ਲਈ ਮੋਟਾ ਤਾਜ਼ਾ ਕੀਤਾ। ਆਪਣੇ ਆਪ ਨੂੰ ਖੁਦਾ ਤੋਂ ਉੱਤਮ ਬਣਾਇਆ, ਖੁਦਾ ਦੀ ਮੁਖਾਲਫਤ ਕੀਤੀ, ਕਲਾਮ ਦੇ ਤਾਬਿਆ ਨਾ ਹੋਏ, ਤੇ ਫਿਰ ਉਸ ਵੇਲੇ ਦਿਲਾਂ ਤੇ ਦਿਲ ਜ਼ਬਾ ਹੋਣਗੇ। ਅੱਜ ਮੌਕਾ ਹੈ, ਬੜੇ ਬੜੇ ਬਹਾਦਰ ਜਦੋਂ ਆਪਣੇ ਆਪ ਨੂੰ ਖੁਦਾ ਤੋਂ ਉੱਤੇ ਲੈ ਜਾਂਦੇ ਨੇ, ਖੁਦਾ ਫਿਰ ਸ਼ਿਕਸਤ ਦਿਲਾਉਂਦਾ ਹੈ। ਤੇ ਫਿਰ ਐਸੇ ਲੋਕ ਜਿਹੜੇ ਉੱਤੇ ਆਉਂਦੇ ਆ, ਜਦੋਂ ਉਹ ਮਗਰੂਰ ਹੁੰਦੇ ਆ, ਇੱਕ ਦਿਨ ਵਿੱਚ 24 ਹਜ਼ਾਰ ਫਿਰ ਮਾਰੇ ਜਾਂਦੇ ਨੇ। ਆਓ ਅੱਜ ਮੌਕਾ ਹੈ, ਵਕਤ ਦਾ ਫਾਇਦਾ ਉਠਾਈਏ ਤੇ ਆਪਣੇ ਆਪ ਨੂੰ ਖੁਦਾ ਦੇ ਤਾਬਿਆ ਕਰੀਏ, ਆਪਣੇ ਦਿਲ ਨੂੰ ਖੁਦਾ ਦੇ ਤਾਬਿਆ ਕਰੀਏ, ਚੰਗੇ ਰਹਿ ਜਾਣਗੇ। ਖੁਦਾ ਹੁਣ ਤੇਰਾ ਖਾਤਮ ਹੁੰਦੇ, ਜਿਹੜਾ ਕਲਾਮ ਤੂੰ ਮੈਨੂੰ ਦਿੱਤਾ, ਉਸ ਕਲਾਮ ਨੂੰ ਪੂਰੀ ਦਿਆਨਦਾਰੀ ਨਾਲ ਮੈਂ ਤੇਰੇ ਲੋਕਾਂ ਤੱਕ ਪਹੁੰਚਾਇਆ। ਇਸ ਸੇਵਾਨ ਤੇ ਉਮੀਦ ਨਾ ਪਹੁੰਚਾਇਆ ਕਿ ਤੇਰਾ ਕਲਾਮ ਲੋਕਾਂ ਦੇ ਕਦਮਾਂ ਦੀ ਚਿਰਾਗ, ਰਾਹ ਦੀ ਰੋਸ਼ਨੀ ਬਣੇ, ਦਿਲਾਂ ਨੂੰ ਕਾਇਮ ਕਰੇ। ਤੇਰੇ ਲੋਕ ਕਿਤਾਬੇ ਮੁਕੱਦਸ ਦੀਆਂ ਗੱਲਾਂ ਨੂੰ ਸਮਝਣ ਤੇ ਦੂਜਿਆਂ ਨੂੰ ਸਮਝਾਉਣ, ਬਲਕਿ ਤੇਰੇ ਕਲਾਮ ਨੂੰ ਦਿਲ 'ਚ ਰੱਖਣ ਤੇ ਦੂਜਿਆਂ ਨੂੰ ਵੀ ਪਹੁੰਚਾਉਣ। ਇਹ ਸਭ ਕੁਝ ਮੰਗਣਾ ਹੈ ਯਿਸੂ ਦੇ ਅਜ਼ੀਮ ਤੇ ਜਲਾਲੀ ਨਾਂ ਦਾ ਵਾਸਤਾ ਦੇ ਕੇ, ਆਮੀਨ।